ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ 1571 ਬਿਕਮਨੀ ਨੂੰ 5 ਸਾਲ ਤੇ ਕੁਛ ਮਹੀਨਿਆਂ ਬਾਅਦ ਜਦ ਦੁਬਾਰਾ ਸੁਲਤਾਨਪੁਰ ਆਏ ਸੀਗੇ ਅਤੇ ਉਸ ਟਾਈਮ ਬੇਬੇ ਨਾਨਕੀ ਨੂੰ ਬੜਾ ਚਾਅ ਚੜ੍ਹਿਆ ਸੀਗਾ। ਸੋ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਅਤੇ ਭਾਈ ਬਾਲਾ ਅਤੇ ਮਰਦਾਨਾ ਜੀ ਨੂੰ ਮਿਲ ਕੇ ਬੇਬੇ ਨਾਨਕੀ ਫੁੱਲੇ ਨਹੀਂ ਸੀ ਸਮਾਉਂਦੇ। ਉਹਨਾਂ ਨੇ ਉਸੇ ਟਾਈਮ ਮੰਜਾ ਡਾਹਿਆ, ਚਾਦਰਾਂ ਨਵੀਆਂ ਵਿਛਾਈਆਂ ਅਤੇ ਬੜਾ ਆਪਣੇ ਵੀਰ ਦਾ ਆਦਰ ਭਾਵ ਕੀਤਾ। ਅਤੇ ਉਸ ਸਮੇਂ ਭਾਈਆ ਜੈ ਰਾਮ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਇਹ ਦੋਨੇ ਬਾਹਰ ਗਏ ਸੀ। ਪਰ ਜਦ ਬਾਬੇ ਨਾਨਕ ਦਾ ਆਉਣਾ ਸੁਣ ਕੇ ਸਾਰਾ ਜਿਹੜਾ ਸੁਲਤਾਨਪੁਰ ਸੀ ਬੇਬੇ ਨਾਨਕੀ ਦੇ ਘਰ ਇਕੱਠਾ ਹੋ ਗਿਆ। ਇੱਕ ਮੇਲੇ ਦੀ ਤਰ੍ਹਾਂ ਬਹੁਤ ਸਾਰੇ ਜਿਹੜੇ ਲੋਕੀ ਸੀ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਦਰਸ਼ਨ ਕਰਕੇ ਬੜੇ ਪ੍ਰਸੰਨ ਹੋ ਰਹੇ ਸੀ। ਅਤੇ ਉੱਥੇ ਜਦੋਂ ਭਾਈਆ ਜੈ ਰਾਮ ਜੀ ਅਤੇ ਬਾਬਾ ਸ਼੍ਰੀ ਚੰਦ ਜੀ ਆਏ ਅਤੇ ਇਹਨਾਂ ਨੇ ਆ ਕੇ ਜਿਉਂ ਹੀ ਬਾਬੇ ਨਾਨਕ ਨੂੰ ਮੱਥਾ ਟੇਕਣਾ ਚਾਹਿਆ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਜੀਜਾ ਜੈ ਰਾਮ ਜੀ ਦੇ ਹੱਥ ਫੜ ਲਏ ਅਤੇ ਕਹਿਣ ਲੱਗੇ, ਤੁਸੀਂ ਇਹ ਕੀ ਕਰ ਰਹੇ ਆ? ਪਰ ਜੈ ਰਾਮ ਜੀ ਨੇ ਅੱਖਾਂ ਭਰ ਕੇ ਆਖਿਆ ਕਿ ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਬਹੁਤ ਤਰਸ ਰਹੇ ਸੀ। ਅਤੇ ਗੁਰੂ ਸਾਹਿਬ ਨੇ ਆਖਿਆ ਕਿ ਜਿਵੇਂ ਤੁਸੀਂ ਤਰਸਦੇ ਸੀ, ਤਰਸਦੇ ਅਸੀਂ ਵੀ ਇਸੇ ਤਰ੍ਹਾਂ ਸੀ, ਪਰ ਨਿਰੰਕਾਰ ਦਾ ਹੁਕਮ ਸੀਗਾ, ਇਸ ਹੁਕਮ ਨੂੰ ਅਸੀਂ ਟਾਲ ਨਹੀਂ ਸੀ ਸਕਦੇ। ਸੋ ਸਮਾਂ ਆਉਣ 'ਤੇ ਅਸੀਂ ਆਪ ਜੀ ਦੇ ਪਾਸ ਪਹੁੰਚ ਗਏ ਹਾਂ। ਉਸ ਤੋਂ ਬਾਅਦ ਜਦੋਂ ਫਿਰ ਬਾਬਾ ਸ਼੍ਰੀ ਚੰਦ ਜੀ ਆਪਣੇ ਪਿਤਾ ਨੂੰ ਗਲ ਲੱਗ ਕੇ ਮਿਲੇ, ਸੁਨਹਿਰੀ ਜਟਾਂ ਜਿਹੜੀਆਂ ਸੀ ਉਹਨਾਂ ਜਟਾਂ 'ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਹੱਥ ਰੱਖਿਆ। ਹੱਥ ਰੱਖ ਕੇ ਅਤੇ ਦੋਵੇਂ ਪਿਓ ਪੁੱਤ ਇਸ ਤਰ੍ਹਾਂ ਹੋ ਗਏ ਜਿਵੇਂ ਗੰਗਾ ਦੇ ਪਾਣੀ ਦੇ ਵਿੱਚ ਜਿਹੜੇ ਹੈ ਉਹ ਹੋਰ ਜਲ ਦੀਆਂ ਜਿਹੜੀਆਂ ਉਹ ਬੂੰਦਾਂ ਹੈਗੀਆਂ ਉਹ ਆਪਸ ਵਿੱਚ ਘੁਲ ਕੇ ਇੱਕ ਹੀ ਰੂਪ ਹੋ ਗਈਆਂ ਹੋਣ। ਇਸ ਤਰ੍ਹਾਂ ਦੋਨਾਂ ਗੁਰਦੇਵ ਦਾ ਅਤੇ ਬਾਬਾ ਸ਼੍ਰੀ ਚੰਦ ਦਾ ਆਪਸ ਵਿੱਚ ਮਿਲਾਪ ਹੋਇਆ। ਉਸ ਤੋਂ ਬਾਅਦ ਜਦ ਰਾਤ ਹੋਈ ਆ, ਰਾਤ ਨੂੰ ਸਾਰਿਆਂ ਨੇ ਬੜੇ ਹੀ ਪ੍ਰੇਮ ਦੇ ਨਾਲ ਇੱਕੋ ਜਗ੍ਹਾ ਪ੍ਰਸ਼ਾਦਾ ਛਕਿਆ ਅਤੇ ਬਹੁਤ ਸਾਰੀਆਂ ਗੱਲਾਂ ਬੇਬੇ ਨਾਨਕੀ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਕਰਦੇ ਰਹੇ। ਅਤੇ ਇਹਨਾਂ ਗੱਲਾਂ ਦੇ ਕਰਦੇ ਦੌਰਾਨ ਹੀ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਪਿਤਾ ਗੁਰਦੇਵ ਜੀ ਨੂੰ ਪੁੱਛਿਆ ਹੈ ਕਿ ਤੁਸੀਂ ਹੁਣ ਮਾਤਾ ਜੀ ਨੂੰ ਅਤੇ ਔਰ ਛੋਟੇ ਵੀਰ ਲਖਮੀ ਦਾਸ ਨੂੰ ਕਦ ਮਿਲੋਗੇ? ਅਤੇ ਫਿਰ ਗੁਰੂ ਸਾਹਿਬ ਨੇ ਆਖਿਆ ਸੀਗਾ ਕਿ ਅਸੀਂ ਹੁਣ ਜਲਦੀ ਹੀ ਉਹਨਾਂ ਨੂੰ ਜਾ ਕੇ ਜ਼ਰੂਰ ਦਰਸ਼ਨ ਦੇਵਾਂਗੇ। ਇਹ ਤਾਂ ਆਤਕ ਜਦ ਗੱਲਾਂ ਹੋਈਆਂ ਸੀਗੀਆਂ। ਅਤੇ ਉਸ ਤੋਂ ਬਾਅਦ ਫਿਰ ਜਦ ਅਗਲਾ ਦਿਨ ਹੋਇਆ ਅਤੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਬਾਬਾ ਸ਼੍ਰੀ ਜੈ ਨੂੰ ਆਪਣੇ ਪਾਸ ਬੁਲਾਇਆ ਅਤੇ ਬਹੁਤ ਸਾਰੀਆਂ ਗਿਆਨ ਦੀਆਂ ਰਿਹੂਸ ਜਿਹੜੀਆਂ ਗੱਲਾਂ ਸੀਗੀਆਂ ਉਹ ਸਮਝਾਈਆਂ। ਅਤੇ ਇਹਨਾਂ ਗੱਲਾਂ ਨੂੰ ਸਮਝਾਉਣ ਤੋਂ ਬਾਅਦ ਫਿਰ ਬੇਬੇ ਨਾਨਕੀ ਜੀ ਨੇ ਅਤੇ ਭਾਈਆ ਜੈ ਰਾਮ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਕਿ ਤੁਸੀਂ ਜਿਨ੍ਹਾਂ ਸਥਾਨਾਂ 'ਤੇ ਗਏ ਆ ਉਹਨਾਂ ਦੀ ਸਾਨੂੰ ਵਿਥਿਆ ਪੂਰੀ ਸੁਣਾਵੋ। ਅਤੇ ਜਦ ਇਹ ਬਚਨ ਹੋਏ ਸੀ ਤਾਂ ਫਿਰ ਜਿਹੜੀ ਸੀਗੀ ਭਾਈ ਬਾਲਾ ਜੀ ਨੇ ਅਤੇ ਭਾਈ ਮਰਦਾਨਾ ਜੀ ਨੇ ਕਿਵੇਂ ਜਿਸ ਜਗ੍ਹਾ 'ਤੇ ਗੁਰੂ ਸਾਹਿਬ ਗਏ ਸੀ ਉੱਥੇ ਦੀ ਜਿਹੜੀ ਇੱਕ ਇੱਕ ਵਿਥਿਆ ਸੀ ਬੇਬੇ ਨਾਨਕੀ ਜੀ ਨੂੰ ਅਤੇ ਭਾਈਆ ਜੈ ਰਾਮ ਜੀ ਨੂੰ ਜਿਹੜੀ ਸੀ ਉਹ ਸੁਣਾਈ ਸੀ। ਇਹਨਾਂ ਸਾਰੀਆਂ ਸਾਖੀਆਂ ਨੂੰ ਸੁਣ ਕੇ ਬੇਬੇ ਜਿਹੜੇ ਫੁੱਲੇ ਨਹੀਂ ਸੀ ਸਮਾਉਂਦੇ ਔਰ ਉਹਨਾਂ ਨੂੰ ਪਤਾ ਸੀਗਾ ਕਿ ਮੇਰਾ ਵੀਰ ਆਪ ਨਿਰੰਕਾਰ ਰੂਪ ਹੋ ਕੇ ਇਸ ਧਰਤੀ ਦੇ ਉੱਤੇ ਲੱਖਾਂ ਲੋਕਾਂ ਦਾ ਆਧਾਰ ਕਰਨ ਵਾਸਤੇ, ਇਸ ਕਲਯੁੱਗ ਦੇ ਭਵ ਸਾਗਰ ਨੂੰ ਤਾਰਨ ਵਾਸਤੇ ਆਪ ਨਰੈਣ ਕਲਾਧਾਰ ਜਗ ਮੇਂ ਪਰਵਰਿਓ ਹੈ। ਇਸ ਤਰ੍ਹਾਂ ਜਦ ਭਜਨ ਕਰਦੇ ਕਰਦੇ ਕੁਛ ਮਹੀਨੇ ਜਿਹੜੇ ਸੀ ਬੜੇ ਖੁਸ਼ੀ ਅਤੇ ਆਰਾਮ ਦੇ ਨਾਲ ਬੀਤੇ। ਅਤੇ ਫਿਰ ਬੇਬੇ ਨਾਨਕੀ ਜੀ ਨੇ ਆਖਿਆ ਕਿ ਤੁਹਾਨੂੰ ਮਾਤਾ ਪਿਤਾ ਵੀ ਜਿਹੜੇ ਬਹੁਤ ਯਾਦ ਕਰਦੇ ਆ। ਅਤੇ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਦਰਸ਼ਨ ਦੇਣਗੇ। ਫਿਰ ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਅਤੇ ਫਿਰ ਬੇਬੇ ਨਾਨਕੀ ਜੀ ਨੇ ਇੱਕ ਦਿਨ ਫਿਰ ਗੁਰੂ ਸਾਹਿਬ ਨੂੰ ਆਖਿਆ ਸੀਗਾ ਕਿ ਤੁਸੀਂ ਜਦ ਸੱਚਖੰਡ ਗਏ ਸੀ ਤਾਂ ਉਹ ਸੱਚਖੰਡ ਦੀ ਜੋ ਝਲਕ ਸੀਗੀ, ਜੋ ਤੁਸੀਂ ਇਹ ਆਖਿਆ ਸੀਗਾ ਕਿ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤਵੇ ਸਰਬ ਸੰਭਾਲੇ, ਇਹ ਸਾਰਾ ਸ਼ਬਦ ਆਪ ਨਿਰੰਕਾਰ ਜੀ ਦੇ ਸਨਮੁਖ ਹੋ ਕੇ ਗਾਇਆ ਸੀਗਾ। ਅਤੇ ਉਹ ਸ਼ਬਦ ਦੀਆਂ ਸਾਨੂੰ ਦੁਬਾਰਾ ਜਿਹੜੀ ਹੈ ਉਹ ਸਾਰ ਸੁਣਾਵੋ ਕਿ ਉਹ ਕਿਹੋ ਜਿਹਾ ਸੱਚਖੰਡ ਹੈਗਾ ਜਿੱਥੇ ਇਹੋ ਜਿਹੀਆਂ ਜੋ ਤੁਸੀਂ 17 ਗੁਰਬਾਣੀ ਦੀਆਂ ਪੜ੍ਹੀਆਂ ਹੈ ਉਹਦੇ ਪ੍ਰਥਾ ਇਹ ਸਾਰੀ ਗੱਲਬਾਤ ਜ਼ਾਹਰ ਕਰਦੀਆਂ ਹੈ। ਜਦ ਇੰਨੀ ਗੱਲ ਹੋਈ ਅਤੇ ਗੁਰੂ ਸਾਹਿਬ ਕਿਸੇ ਬਜਟ ਦੇ ਵਿੱਚ ਆ ਗਏ ਅਤੇ ਫਿਰ ਆਪ ਗੁਰੂ ਸਾਹਿਬ ਨੇ ਬੇਬੇ ਨਾਨਕੀ ਜੀ ਨੂੰ ਅਤੇ ਭਾਈਆ ਜੈ ਰਾਮ ਜੀ ਨੂੰ ਸੱਚਖੰਡ ਦੇ ਵਿੱਚ ਹੋਈਆਂ ਜਿਹੜੀਆਂ ਅਣਗਿਣਤ ਅਲੌਕਿਕ ਕਰਿਸ਼ਮੇ ਆ ਉਹਨਾਂ ਦੀਆਂ ਜਿਹੜੀਆਂ ਗੂੜ ਰਹੱਸ ਵਾ ਇਹਨਾਂ ਨੂੰ ਜਿਹੜੇ ਸੀਗੇ ਉਹ ਸੁੱਤੇ ਸਿੱਧ ਬੜੇ ਹੀ ਸੌਖੇ ਅਰਥਾਂ ਦੇ ਵਿੱਚ ਦੱਸੇ। ਅਤੇ ਜਿਨ੍ਹਾਂ ਨੂੰ ਸੁਣ ਕੇ ਬੇਬੇ ਨਾਨਕੀ ਜੀ ਅਤ ਪ੍ਰਸੰਨ ਹੋਏ ਔਰ ਸੁਣਦੇ ਸੁਣਦੇ ਆਪਣੇ ਵੀਰ ਜੀ ਨੂੰ ਆਖਣ ਲੱਗੇ ਕਿ ਮੇਰਾ ਅਤੇ
ਤੇਰੇ ਜੀਜੇ ਜੀ ਦਾ ਜਿਹੜਾ ਮਨੋਂ ਚਿੱਤ ਇਹ ਕਰਦਾ ਕਿ ਅਸੀਂ ਵੀ ਉਹ ਸਥਾਨ ਦੇਖੀਏ ਅਤੇ ਉਹ ਸਥਾਨ ਦੇਖ ਕੇ ਸਾਡੇ ਵੀ ਹਿਰਦੇ ਵਿੱਚ ਠੰਡ ਪਵੇ। ਜਦ ਇੰਨੀ ਗੱਲ ਹੋਈ ਅਤੇ ਗੁਰੂ ਸਾਹਿਬ ਦੇ ਅਚਾਨਕ ਮੂੰਹੋਂ ਦੇ ਕਹਿੰਦੇ ਹਾਂ ਬੇਬੇ ਜੀ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਆਪ ਨਿਰੰਕਾਰ ਪਿਤਾ ਆਪਣੇ ਧਾਰ ਅਸਥਾਨ ਸੱਚਖੰਡ ਵਿਖੇ ਬੁਲਾ ਲੈਣਗੇ। ਉਸ ਤੋਂ ਬਾਅਦ ਦੇਖੋ ਇਹ ਦੂਸਰੀ ਉਦਾਸੀ ਦੇ ਵਿੱਚ ਗੁਰੂ ਸਾਹਿਬ ਜਿਹੜੇ ਸੀ ਬੇਬੇ ਨਾਨਕੀ ਦੇ ਪਾਸ ਤਕਰੀਬਨ 2.5 ਕੁ ਮਹੀਨੇ ਰਹੇ ਆ ਅਤੇ ਇਹਨਾਂ 2.5 ਕੁ ਮਹੀਨਿਆਂ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀ ਉਹ ਤੀਸਰੀ ਉਦਾਸੀ ਲਈ ਬੇਬੇ ਨਾਨਕੀ ਜੀ ਤੋਂ ਇਜਾਜ਼ਤ ਲੈ ਕੇ ਉੱਥੋਂ ਜਿਹੜੇ ਸੀਗੇ ਫਿਰ ਉੱਥੋਂ ਚੱਲਦੇ ਹੋਏ। ਜਦ ਚੱਲਦੇ ਹੋਏ ਤਾਂ ਫਿਰ ਗੁਰੂ ਸਾਹਿਬ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਸੀਗੇ ਉਹ ਫਿਰ ਨੇਪਾਲ, ਤਿੱਬਤ, ਫਿਰ ਉਸ ਤੋਂ ਬਾਅਦ ਸਮੇਰ ਪਰਬਤ ਜਿੱਥੇ ਸਿੱਧਾਂ ਦੇ ਨਾਲ ਗੋਸ਼ਟ ਹੋਈ ਇਹ ਆਦਿਕ ਸਾਰੇ ਅਸਥਾਨਾਂ ਦੇ ਉੱਤੇ ਘੁੰਮਦੇ ਹੋਏ ਫਿਰ ਸਿੱਕਮ, ਫਿਰ ਭੂਟਾਨ, ਗੱਲ ਕੀ ਆ ਜੰਮੂ ਕਸ਼ਮੀਰ ਅਤੇ ਇਹਨਾਂ ਜਿਹੜੀਆਂ ਪਹਾੜੀ ਇਲਾਕੇ ਸੀ ਇਹਨਾਂ ਸਾਰਿਆਂ ਦੀਆਂ ਯਾਤਰਾਵਾਂ ਕਰਦੇ ਹੋਏ ਫਿਰ ਮੁੜ ਕੇ ਅਹਿਮਦਾਬਾਦ ਭਾਈ ਲਾਲੂ ਜੀ ਦੇ ਘਰ ਆ ਕੇ 25 ਦਿਨ ਰੁਕੇ। ਜਦ ਇੱਥੇ ਰੁਕੇ ਆ ਅਤੇ ਇੱਥੇ ਹੀ ਫਿਰ ਗੁਰੂ ਸਾਹਿਬ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਬਾਬਰ ਬਾਣੀ ਸੀਗੀ ਉਹ ਉਚਾਰੀ ਆ ਅਤੇ ਉਹਦੇ ਵਿੱਚ ਆਪ ਸੰਗਤਾਂ ਜਾਣਦੀਆਂ ਕਿ ਕਿਵੇਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਜਿਹੜੇ ਬਾਬਰ ਦੇ ਜ਼ੁਲਮ ਹੋਏ ਸੀ ਅਹਿਮਦਾਬਾਦ ਸ਼ਹਿਰ ਦੇ ਵਿਖੇ ਉਹ ਸਾਰੇ ਇਸ ਬਾਣੀ ਦੇ ਵਿੱਚ ਸਾਰਿਆਂ ਨੂੰ ਪ੍ਰਗਟ ਕਰਕੇ ਦੱਸੇ ਆ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜਿਹੜੇ ਸੀਗੇ ਭਾਈ ਲਾਲੋ ਜੀ ਦੇ ਪਾਸ ਜਦ ਰਹੇ ਆ ਅਤੇ ਇੱਥੇ ਹੀ ਕੋਧਰੇ ਦੇ ਪ੍ਰਸ਼ਾਦੇ ਛਕੇ ਆ। ਉਸ ਤੋਂ ਬਾਅਦ ਫਿਰ ਭਾਈ ਲਾਲੋ ਜੀ ਦੇ ਘਰੋਂ ਗੁਰੂ ਸਾਹਿਬ ਜਿਹੜੇ ਸੀਗੇ ਫਿਰ ਹੋਰ ਸੰਗਤਾਂ ਨੂੰ ਉਤਾਰਦੇ ਹੋਏ ਅਤੇ ਫਿਰ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਇੱਧਰ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਜਿਹੜੇ ਉਹ ਆਪਣੇ ਸਰੀਰ ਛੱਡ ਕੇ ਸੱਚਖੰਡ ਚਲੇ ਗਏ ਆ ਅਤੇ ਮਾਤਾ ਪਿਤਾ ਦੀ ਤੜਫ ਜਿਹੜੀ ਆ ਗੁਰੂ ਸਾਹਿਬ ਦੇ ਪ੍ਰਤੀ ਬਹੁਤ ਜ਼ਿਆਦਾ ਵੱਧ ਗਈ ਆ। ਇਸ ਕਰਕੇ ਆਪਣੇ ਮਾਤਾ ਪਿਤਾ ਦੀ ਇਸ ਤੜਫ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਹੋਣਾ ਨੇ ਫਿਰ ਇੱਕ ਦਿਨ ਭਾਈ ਬਾਲੇ ਅਤੇ ਮਰਦਾਨੇ ਨੂੰ ਆਖਿਆ ਕਿ ਆਪਾਂ ਹੁਣ ਹੈ ਨਾ ਤਲਵੰਡੀ ਜਾਣਾ ਹੈਗਾ ਕਿਉਂਕਿ ਮਾਤਾ ਪਿਤਾ ਦੀ ਖਿੱਚ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ। ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਜਿਹੜੇ ਸੀ ਭਾਈ ਬਾਲਾ ਅਤੇ ਮਰਦਾਨਾ ਜੀ ਨੂੰ ਲੈ ਕੇ ਅਚਨਚੇਤ ਜਿਹੜੇ ਸੀਗੇ ਉਹ ਤਲਵੰਡੀ ਆਪਣੇ ਨਗਰ ਜਿਹੜੇ ਸੀ ਉੱਥੇ ਪਹੁੰਚ ਗਏ। ਜਦ ਨਨਕਾਣਾ ਸਾਹਿਬ ਗੁਰੂ ਸਾਹਿਬ ਜਿਹੜੇ ਸੀ ਆਪਣੇ ਉੱਥੇ ਨਗਰ ਨਨਕਾਣਾ ਸਾਹਿਬ ਵਿਖੇ ਆਏ ਆ ਅਤੇ ਆਪਣੇ ਨਗਰ ਤੋਂ ਬਾਹਰ ਇੱਕ ਬ੍ਰਿਕਸ਼ ਦੇ ਥੱਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਸਣ ਲਾ ਲਿਆ ਅਤੇ ਆਸਣ ਲਾ ਕੇ ਕਹਿਣ ਲੱਗੇ ਕਿ ਭਾਈ ਹੁਣ ਆਪਣਾ ਪਿੰਡ ਮੂਹਰੇ ਆ ਗਿਆ ਹੈਗਾ ਅਤੇ ਇਸ ਕਰਕੇ ਭਾਈ ਬਾਲੇ ਮਰਦਾਨੇ ਨੂੰ ਆਖਿਆ ਕਿ ਤੁਸੀਂ ਜਾ ਕੇ ਹੈ ਨਾ ਆਪਣੇ ਘਰ ਜਾ ਕੇ ਆਪਣੇ ਪਰਿਵਾਰਾਂ ਨੂੰ ਮਿਲ ਸਕਦੇ ਆ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਬਾਲਾ ਜੀ ਜਿਹੜੇ ਸੀਗੇ ਉਹ ਆਖਣ ਲੱਗੇ ਕਿ ਠੀਕ ਹੈ ਜੀ ਮੈਂ ਆਪਣੇ ਪਰਿਵਾਰਾਂ ਨੂੰ ਮਿਲ ਕੇ ਸ਼ੀਘਰ ਹੀ ਆਪ ਜੀ ਦੇ ਪਾਸ ਆਪ ਜੀ ਦੇ ਘਰ ਆਊਂਗਾ। ਇਹ ਕਹਿ ਕੇ ਭਾਈ ਬਾਲਾ ਜੀ ਜਿਹੜੇ ਸੀ ਉਹ ਮੱਥਾ ਟੇਕ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਘਰ ਚਲੇ ਗਏ। ਅਤੇ ਪਰ ਜਦੋਂ ਭਾਈ ਮਰਦਾਨਾ ਜੀ ਆਪਣੇ ਘਰ ਜਾਣ ਲੱਗੇ ਅਤੇ ਫਿਰ ਗੁਰੂ ਸਾਹਿਬ ਨੂੰ ਆਖਣ ਲੱਗੇ ਕਿ ਮੈਂ ਹੁਣ ਘਰ ਦੇ ਵਿੱਚ ਇੰਨੇ ਸਾਲ ਬਾਅਦ ਆਇਆ ਹੈ, ਘਰ ਦੇ ਵਿੱਚ ਬੱਚੇ ਆ, ਪਰਿਵਾਰ ਵਾ, ਪਰ ਮੈਂ ਖਾਲੀ ਹੱਥ ਘਰ ਜਾਂਦਾ ਚੰਗਾ ਨਹੀਂ ਲੱਗਦਾ। ਜਦ ਇੰਨੀ ਗੱਲ ਹੋਈ ਅਤੇ ਗੁਰੂ ਸਾਹਿਬ ਭਾਈ ਮਰਦਾਨੇ ਜੀ ਦੀ ਦਿਲ ਦੀ ਇਹ ਜਿਹੜੀ ਬੁਝਾਰਤ ਸੀ ਇਹ ਬੁੱਝਦੇ ਸਾਰੀ ਜਿਹੜੇ ਸੀ ਉੱਚੀ ਉੱਚੀ ਹੱਸਣ ਲੱਗੇ ਅਤੇ ਕਹਿਣ ਲੱਗੇ ਹਾਂ ਮਰਦਾਨੇ ਦੱਸ ਕੀ ਤੂੰ ਚਾਹੁੰਦਾ ਹੈ। ਅਤੇ ਮਰਦਾਨਾ ਕਹਿਣ ਲੱਗਾ ਜੀ ਕੁਛ ਨਾ ਕੁਛ ਕੋਈ ਐਸਾ ਤੋਹਫਾ ਸਗਾਤ ਤਾਂ ਹੋਣੀ ਚਾਹੀਦੀ ਹੈ ਜਿਸ ਨੂੰ ਦੇਖ ਕੇ ਸਾਰਾ ਪਰਿਵਾਰ ਬੜਾ ਪ੍ਰਸੰਨ ਹੋ ਜਾਵੇ। ਜਦ ਇਹ ਗੱਲ ਹੋਈ ਸੀ ਤਾਂ ਗੁਰੂ ਸਾਹਿਬ ਕਹਿਣ ਲੱਗੇ ਚੱਲ ਠੀਕ ਆ ਮਰਦਾਨਿਆ ਤੂੰ ਇੱਦਾਂ ਕਰ ਇੱਥੇ ਇੱਕ ਕੱਪੜਾ ਵਿਛਾ। ਜਦ ਇੰਨੀ ਗੱਲ ਹੋਈ ਆ ਅਤੇ ਫਿਰ ਭਾਈ ਮਰਦਾਨਾ ਜੀ ਨੇ ਆਪਣੇ ਗਲ ਦੇ ਵਿੱਚ ਜਿਹੜਾ ਕੱਪੜਾ ਪਰਨੇ ਵਾਲਾ ਪਾਇਆ ਹੋਇਆ ਸੀ ਉਹ ਥੱਲੇ ਵਿਛਾਤਾ। ਗੁਰੂ ਸਾਹਿਬ ਕਹਿਣ ਲੱਗੇ ਚੱਲ ਠੀਕ ਆ ਇਹਦੇ ਵਿੱਚ ਤੂੰ ਹੈ ਨਾ ਮਿੱਟੀ ਦਾ ਬੁੱਕ ਭਰ ਕੇ ਪਾ ਲਾ। ਜਦ ਇੰਨੀ ਗੱਲ ਹੋਈ ਭਾਈ ਮਰਦਾਨਾ ਜੀ ਸੋਚਣ ਲੱਗੇ ਕਿ ਮਿੱਟੀ ਦੇ ਬੁੱਕ ਮੈਂ ਇਸ ਕੱਪੜੇ ਵਿੱਚ ਪਾਊਂਗਾ, ਪਰ ਗੁਰੂ ਸਾਹਿਬ ਦੇ ਬਚਨ ਨੂੰ ਨਹੀਂ ਮੋੜਿਆ। ਇਸ ਕਰਕੇ ਥੋੜ੍ਹੀ ਜਿਹੀ ਮਿੱਟੀ ਜਿਹੜੀ ਸੀ ਭਾਈ ਮਰਦਾਨਾ ਜੀ ਨੇ ਜਿਹੜੀ ਸੀ ਉਹ ਕੱਪੜੇ ਦੇ ਵਿੱਚ ਪਾਈ। ਜਦ ਆਖਿਆ ਗੁਰੂ ਸਾਹਿਬ ਹੱਸਣ ਲੱਗੇ ਕਹਿਣ ਲੱਗੇ ਬਸ ਇੰਨੀ ਹੋਰ ਪਾ। ਜਦ ਇੰਨੀ ਗੱਲ ਹੋਈ ਤਾਂ ਫਿਰ ਥੋੜ੍ਹੀ ਜਿਹੀ ਮਿੱਟੀ ਬੜੇ ਸੰਕੋਚ ਨਾਲ ਭਾਈ ਮਰਦਾਨਾ ਜੀ ਨੇ ਪਾਈ। ਜਦ ਪਾਈ ਤਾਂ ਗੁਰੂ ਸਾਹਿਬ ਕਹਿੰਦੇ ਭਾਈ ਹਜੇ ਹੋਰ ਪਾ ਲਾ ਮੌਕਾ ਹੈ। ਜਦ ਇੰਨੀ ਗੱਲ ਹੋਈ ਭਾਈ ਮਰਦਾਨਾ ਜੀ ਨੇ ਇੱਕ ਮੁੱਠ ਭਰ ਕੇ ਹੋਰ ਮਿੱਟੀ ਕੱਪੜੇ 'ਚ ਪਾ ਦਿੱਤੀ। ਜਦ ਪਾਤੀ ਤਾਂ ਗੁਰੂ ਸਾਹਿਬ ਨੇ ਉਸੇ ਟਾਈਮ ਭਾਈ ਮਰਦਾਨਾ ਜੀ ਦੇ ਕੱਪੜੇ ਨੂੰ ਜਿਹੜੀ ਗੰਢ ਮਾਰ ਕੇ ਅਤੇ ਭਾਈ ਮਰਦਾਨਾ ਜੀ 'ਤੇ ਹੱਥ ਫੜਾ ਕੇ ਕਹਿਣ ਲੱਗੇ ਲੈ ਵੀ ਮਰਦਾਨਿਆ ਇਹ ਜਿਹੜੀ ਮਿੱਟੀ ਇਸ ਨੂੰ ਮਿੱਟੀ ਨਾ ਸਮਝੀ, ਜੋ ਤੇਰੇ ਮਨ ਦੇ ਵਿੱਚ ਫੁਰਨਾ ਹੋਊਗਾ ਹੈ ਨਾ ਇਹ ਉਹੀ ਚੀਜ਼ ਜਿਹੜੀ ਆ ਉਹ ਬਣ ਜਾਊਗੀ, ਉਹਦੇ ਵਿੱਚ ਤਬਦੀਲ ਹੋ ਜਾਊਗੀ। ਜਦ ਇੰਨੀ ਗੱਲ ਹੋਈ ਤਾਂ ਫਿਰ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਕਿਉਂਕਿ ਉਹਨਾਂ ਨੂੰ ਗੁਰੂ ਸਾਹਿਬ 'ਤੇ ਪੂਰਨ ਭਰੋਸਾ ਸੀਗਾ, ਉਹਨਾਂ ਦੇ ਕੌਤਕਾਂ 'ਤੇ ਭਰੋਸਾ ਸੀਗਾ। ਪਰ ਭਾਈ ਮਰਦਾਨਾ ਜੀ ਦੇ ਮਨ ਦੇ ਵਿੱਚ ਆਇਆ ਕਿ ਮੈਂ ਇਸ ਮਿੱਟੀ ਦਾ ਕੀ ਮਨ ਦੇ ਵਿੱਚ ਸੰਕਲਪ ਕਰਾਂ ਕਿ ਮਿੱਟੀ ਉਹੀ ਰੂਪ ਧਾਰਨ ਕਰ ਜਾਵੇ।
ਫਿਰ ਭਾਈ ਮਰਦਾਨੇ ਜੀ ਦੇ ਮਨ 'ਚ ਆਇਆ ਵੀ ਕਿਉਂ ਨਾ ਇਹ ਮਿੱਟੀ ਜਿਹੜੀ ਸੋਨਾ ਹੋ ਜਾਵੇ, ਕਿਉਂਕਿ ਪੈਸੇ ਤੋਂ ਬਗੈਰ ਗ੍ਰਸਤ ਨਹੀਂ ਚੱਲਦਾ। ਇਸ ਕਰਕੇ ਘਰ ਦੇ ਵਿੱਚ ਪੈਸਿਆਂ ਦੀ ਬੜੀ ਲੋੜ ਆ। ਇਸ ਕਰਕੇ ਭਾਈ ਮਰਦਾਨੇ ਜੀ ਨੇ ਜਿਹੜੀ ਸੀ ਉਹ ਮਿੱਟੀ ਜਿਹੜੀ ਸੀ ਉਹ ਸੋਨੇ ਦਾ ਸੰਕਲਪ ਕਰਕੇ ਜਦ ਘਰ ਲਿਆਂਦੀ, ਅਤੇ ਜੋ ਹੀ ਭਾਈ ਮਰਦਾਨਾ ਜੀ ਦੇ ਘਰਦਿਆਂ ਨੇ ਭਾਈ ਮਰਦਾਨਾ ਜੀ ਨੂੰ ਤੱਕਿਆ, ਬਸ ਫੇਰ ਕੀ ਸਾਰਾ ਪਰਿਵਾਰ ਦੌੜ ਕੇ ਭਾਈ ਮਰਦਾਨਾ ਜੀ ਦੇ ਨਾਲ ਆ ਚੰਬੜਿਆ। ਜਦ ਆ ਚੰਬੜਿਆ ਤਾਂ ਭਾਈ ਮਰਦਾਨੇ ਜੀ ਦੀ ਖਬਰਸਾਰ ਜਿਹੜੀ ਸੀ ਆਂਢ ਗੁਆਂਢ ਨੂੰ ਜਦ ਲੱਗੀ ਤਾਂ ਉਹ ਵੀ ਦੌੜ ਕੇ ਭਾਈ ਮਰਦਾਨਾ ਜੀ ਦੇ ਘਰ ਚਲੇ ਗਏ ਅਤੇ ਬੜਾ ਭਾਰੀ ਰੌਣਕ ਹੋਈ। ਉਸ ਤੋਂ ਬਾਅਦ ਜਦ ਭਾਈ ਮਰਦਾਨਾ ਜੀ ਦੇ ਘਰਦਿਆਂ ਨੇ ਭਾਈ ਮਰਦਾਨਾ ਜੀ ਦਾ ਇੰਨਾ ਭਾਰੀ ਸਵਾਗਤ ਕੀਤਾ, ਇੱਕ ਪਲੰਘ ਵਿਛਾਇਆ, ਉੱਤੇ ਸੁੰਦਰ ਬਸਤਰ ਵਿਛਾਏ ਅਤੇ ਉੱਤੇ ਭਾਈ ਮਰਦਾਨਾ ਜੀ ਨੂੰ ਬਿਠਾ ਲਿਆ। ਤਾਂ ਫਿਰ ਜਿਹੜੀ ਸੀ ਸਾਰੀ ਸੁੱਖ ਸ਼ਾਂਤ ਪੁੱਛੀ, ਅਤੇ ਫਿਰ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ 'ਤੇ ਪੁੱਛਿਆ ਤਾਂ ਭਾਈ ਮਰਦਾਨਾ ਜੀ ਚੁੱਪ ਰਹੇ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਜਦ ਜਵਾਬ ਨਹੀਂ ਦਿੱਤਾ ਅਤੇ ਫਿਰ ਘਰਦਿਆਂ ਨੇ ਆਖਿਆ ਕਿ ਹਾਂ ਗੁਰੂ ਸਾਹਿਬ ਦੇ ਪਾਸ ਤੁਸੀਂ ਇੰਨੇ ਸਾਲ ਰਹੇ ਆ ਅਤੇ ਤੁਸੀਂ ਕੋਈ ਸਾਡੇ ਵਾਸਤੇ ਕੋਈ ਨਿਸ਼ਾਨੀ ਵੀ ਲੈ ਕੇ ਆਏ। ਜਦ ਇੰਨੀ ਗੱਲ ਹੋਈ ਤਾਂ ਭਾਈ ਮਰਦਾਨਾ ਜੀ ਨੇ ਉਹ ਜਿਹੜੀ ਮਿੱਟੀ ਕੱਪੜੇ 'ਚ ਬੰਨ੍ਹੀ ਸੀਗੀ, ਜਿਹੜੀ ਸੰਕਲਪ ਕਰਕੇ ਕਿਹਾ ਸੀ ਕਿ ਸੋਨਾ ਬਣ ਜਾਵੇ, ਜਦ ਉਹ ਕੱਪੜੇ ਦੇ ਵਿੱਚੋਂ ਮਿੱਟੀ ਦੀ ਗੰਢ ਖੋਲ੍ਹੀ, ਜਦ ਕੀ ਦੇਖਿਆ ਉਹ ਸਾਰੀ ਮਿੱਟੀ ਜਿਹੜੀ ਸੀ ਸੋਨੇ ਦਾ ਰੂਪ ਧਾਰਨ ਕਰ ਗਈ ਸੀ। ਅਤੇ ਜਦ ਭਾਈ ਮਰਦਾਨਾ ਜੀ ਨੇ ਦੇਖਿਆ, ਮਨ ਦੇ ਵਿੱਚ ਬੜੇ ਖੁਸ਼ ਹੋਏ ਕਿ ਇੰਨਾ ਜਿਹੜਾ ਸੋਨਾ ਹੈ ਮਿੱਟੀ ਦਾ ਬਣ ਗਿਆ ਹੈਗਾ। ਅਤੇ ਪਰ ਜਦ ਘਰਦਿਆਂ ਨੂੰ ਦਿੱਤਾ ਅਤੇ ਘਰਦਿਆਂ ਨੇ ਜਦ ਸੋਨਾ ਦੇਖਿਆ ਅਤੇ ਫਿਰ ਕੀ ਸੀ, ਖੁਸ਼ੀ ਦੀ ਤਾਂ ਕੋਈ ਹੱਦ ਹੀ ਨਹੀਂ ਰਹੀ। ਪਰ ਭਾਈ ਮਰਦਾਨਾ ਜੀ ਮਨ 'ਚ ਸੋਚਣ ਕਿ ਅਗਰ ਮੈਂ ਉਸ ਟਾਈਮ ਗੁਰੂ ਸਾਹਿਬ ਦੇ ਬਚਨਾਂ ਦੇ ਉੱਤੇ ਪੂਰੀ ਆਪਣੀ ਸ਼ਰਧਾ ਰੱਖ ਲੈਂਦਾ, ਮਿੱਟੀ ਹੋਰ ਜ਼ਿਆਦਾ ਪਾ ਲੈਂਦਾ, ਅਤੇ ਅੱਜ ਘਰ ਦੇ ਵਿੱਚ ਸੋਨਾ ਹੀ ਸੋਨਾ ਹੋ ਜਾਂਦਾ ਸੀ। ਪਰ ਮੈਂ ਇਹ ਮਿੱਟੀ ਬੜੇ ਸੰਕੋਚ ਨਾਲ ਪਾਉਂਦਾ ਰਿਹਾ, ਪਰ ਮੈਨੂੰ ਇਹ ਕੀ ਪਤਾ ਸੀਗਾ ਕਿ ਮਿੱਟੀ ਸੋਨਾ ਬਣ ਜਾਊਗੀ ਅਤੇ ਸਾਡੀ ਜਿਹੜੀ ਗਰੀਬੀ ਹੈਗੀ ਆ ਘਰ ਦੀ ਉਹ ਕੁੱਲਾਂ ਤੱਕ ਦੂਰ ਕਰ ਦੇਗੀ। ਗੱਲ ਕੀ, ਉਸ ਤੋਂ ਬਾਅਦ ਫਿਰ ਭਾਈ ਮਰਦਾਨਾ ਜੀ ਜਿਹੜੇ ਸੀਗੇ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਜਦ ਪਹੁੰਚਿਆ ਤਾਂ ਭਾਈ ਮਰਦਾਨਾ ਜੀ ਦਾ ਆਉਣਾ ਸੁਣ ਕੇ ਆਂਢ ਗੁਆਂਢ ਬਹੁਤ ਇਕੱਠਾ ਹੋ ਗਿਆ, ਅਤੇ ਭਾਈ ਮਰਦਾਨਾ ਜੀ ਨੇ ਜਾ ਕੇ ਪਿਤਾ ਮਹਿਤਾ ਕਾਲੂ ਜੀ ਦੇ ਪੈਰਾਂ 'ਤੇ ਜਾ ਕੇ ਮੱਥਾ ਟੇਕਿਆ। ਜਦ ਮੱਥਾ ਟੇਕਿਆ ਅਤੇ ਜੋ ਹੀ ਇਹਨਾਂ ਦੇ ਪਿਤਾ ਨੇ ਭਾਈ ਮਰਦਾਨਾ ਜੀ ਨੂੰ ਤੱਕਿਆ, ਅੱਖਾਂ ਦੇ ਵਿੱਚ ਹੰਝੂ ਆ ਗਏ, ਘੁੱਟ ਗਿਆ, ਕਲੇਜੇ ਨਾਲ ਲਾਇਆ। ਫਿਰ ਮਾਤਾ ਤ੍ਰਿਪਤਾ ਜੀ ਜਿਹੜੇ ਸੀ ਉਹ ਭਾਈ ਮਰਦਾਨਾ ਜੀ ਨੂੰ ਦੇਖ ਕੇ ਸਾਰੀ ਝੱਟ ਕੋਲ ਪਹੁੰਚ ਗਏ, ਅਤੇ ਭਾਈ ਮਰਦਾਨਾ ਜੀ ਨੇ ਫਿਰ ਮਾਤਾ ਤ੍ਰਿਪਤਾ ਜੀ ਨੂੰ ਜਿਹੜਾ ਹੈਗਾ ਉਹ ਪੈਰਾਂ 'ਤੇ ਸੀਸ ਝੁਕਾਇਆ, ਅਤੇ ਮਾਤਾ ਤ੍ਰਿਪਤਾ ਜੀ ਨੇ ਭਾਈ ਮਰਦਾਨੇ ਦਾ ਮੂੰਹ ਮੱਥਾ ਚੁੰਮਿਆ ਅਤੇ ਬਹੁਤ ਸਾਰੀਆਂ ਸੀਸਾਂ ਦਿੱਤੀਆਂ। ਉਸ ਤੋਂ ਬਾਅਦ ਫਿਰ ਦੋਨਾਂ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੁੱਛਿਆ ਕਿ ਨਾਨਕ ਕਿੱਥੇ ਆ। ਜਦ ਨਾਨਕ ਜੀ ਦੇ ਬਾਰੇ ਪੁੱਛਿਆ ਤਾਂ ਭਾਈ ਮਰਦਾਨਾ ਜੀ ਚੁੱਪ ਰਹੇ, ਪਰ ਜਦ ਬਾਰ-ਬਾਰ ਭਾਈ ਮਹਿਤਾ ਜੀ ਨੇ ਅਤੇ ਮਾਤਾ ਤ੍ਰਿਪਤਾ ਜੀ ਨੇ ਭਾਈ ਮਰਦਾਨਾ ਨੂੰ ਜ਼ੋਰ ਦਿੱਤਾ ਵੀ ਤੂੰ ਬੋਲਦਾ ਕਿਉਂ ਨਹੀਂ, ਨਾਨਕ ਦਾ ਸੁੱਖ ਪਤਾ ਦੱਸ ਕੇ ਨਾਨਕ ਕਿੱਥੇ ਆ। ਅਤੇ ਫਿਰ ਭਾਈ ਮਰਦਾਨਾ ਜੀ ਨੇ ਆਖਿਆ ਕਿ ਉਹ ਬਾਹਰੋਂ ਤਾਂ ਮੇਰੇ ਨਾਲ ਆਏ ਸੀ ਪਰ ਪਿੰਡ ਨਹੀਂ ਪਹੁੰਚੇ। ਜਦ ਇੰਨੀ ਗੱਲ ਹੋਈ ਤਾਂ ਫਿਰ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਕਾਲੂ ਜੀ ਜਿਹੜੇ ਸੀ ਉਹ ਸਮਝ ਗਏ ਸੀਗੇ ਕਿ ਜ਼ਰੂਰ ਬਾਬਾ ਨਾਨਕ ਜਿਹੜਾ ਹੈਗਾ ਉਹ ਪਿੰਡੋਂ ਬਾਹਰ ਕਿਸੇ ਦਰੱਖਤ ਦੇ ਥੱਲੇ ਬੈਠਾ ਹੋਊਗਾ। ਉਸ ਤੋਂ ਬਾਅਦ ਫਿਰ ਜਦੋਂ ਮਾਤਾ ਪਿਤਾ ਦੇ ਨਾਲ ਭਾਈ ਮਰਦਾਨਾ ਜੀ ਅਤੇ ਹੋਰ ਤਲਵੰਡੀ ਦੇ ਜਿੰਨੇ ਵੀ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਿਆਰ ਕਰਨ ਵਾਲੇ ਲੋਕ ਸੀ, ਸਾਰੇ ਇਕੱਠੇ ਹੋ ਕੇ ਜਦ ਇੱਕ ਜਗ੍ਹਾ ਪਹੁੰਚੇ, ਉੱਥੇ ਕੀ ਦੇਖਿਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਦਰੱਖਤ ਦੇ ਹੇਠ ਬੈਠੇ ਆ। ਜਦ ਬੈਠੇ ਆ ਫਿਰ ਸਾਰਿਆਂ ਨੇ ਜਾ ਕੇ ਕੁੱਟ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਰਸ਼ਨ ਕੀਤੇ, ਅਤੇ ਮਾਤਾ ਤ੍ਰਿਪਤਾ ਜੀ ਨੇ ਦੌੜ ਕੇ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਲਾਵੇ 'ਚ ਲਿਆ, ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮਾਤਾ ਜੀ ਨੂੰ ਪਹਿਲਾਂ ਮੱਥਾ ਟੇਕਿਆ ਅਤੇ ਫਿਰ ਨਾਲ ਹੀ ਆਪਣੇ ਪਿਤਾ ਜੀ ਨੂੰ ਮੱਥਾ ਟੇਕਿਆ। ਦੋਹਾਂ ਨੇ ਮੂੰਹ ਮੱਥਾ ਚੁੰਮਿਆ, ਬੜੀਆਂ ਸੀਸਾਂ ਦਿੱਤੀਆਂ, ਅਤੇ ਉਸ ਤੋਂ ਬਾਅਦ ਫਿਰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਿਹੜੇ ਸੀ ਉਹ ਆਪਣੇ ਘਰ ਲੈ ਕੇ ਆਏ। ਜਦ ਘਰ ਲੈ ਕੇ ਆਏ ਤਾਂ ਇੱਥੇ ਫਿਰ ਪਤਾ ਲੱਗਾ ਕਿ ਭਾਈ ਆਪ ਜੀ ਨੂੰ ਰਾਏ ਬਲਾਰ ਵੀ ਜਿਹੜਾ ਹੈਗਾ ਬਹੁਤ ਚੇਤੇ ਕਰ ਰਿਹਾ ਹੈਗਾ, ਅਤੇ ਉਹ ਵੀ ਚਾਹੁੰਦਾ ਹੈਗਾ ਕਿ ਉਹਦਾ ਅੰਤਿਮ ਸਮਾਂ ਲੱਗਦਾ ਨੇੜੇ ਆਉਣ ਵਾਲਾ। ਇਸ ਕਰਕੇ ਰਾਏ ਬਲਾਰ ਜੀ ਦਾ ਜਿਹੜਾ ਅੰਤਿਮ ਸਮਾਂ ਜਾਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਵਚਨ ਕੀਤਾ ਸੀ ਕਿ ਅੰਤਿਮ ਸਮੇਂ ਰਾਏ ਬਲਾਰ ਜੀ ਦੇ ਪਾਸ ਅਸੀਂ ਜ਼ਰੂਰ ਹੋਵਾਂਗੇ, ਸੋ ਇਹ ਸਮਾਂ ਜਾਣ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਫਿਰ ਰਾਏ ਬਲਾਰ ਜੀ ਦੇ ਪਾਸ ਪਹੁੰਚੇ ਸੀਗੇ। ਅਤੇ ਜਦੋਂ ਰਾਏ ਬਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਰਸ਼ਨ ਕੀਤੇ, ਬਸ ਫਿਰ ਕੀ ਸੀਗਾ, ਫਿਰ ਸਾਰੇ ਜਿਹੜੇ ਗਿਲੇ ਸ਼ਿਕਵੇ ਸੀ ਮਨ 'ਚ ਦਰਸ਼ਨਾਂ ਦੇ ਸਾਰੇ ਪੂਰੇ ਹੋ ਗਏ। ਅਤੇ ਉਸ ਤੋਂ ਬਾਅਦ ਫਿਰ ਰਾਏ ਬਲਾਰ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਆਪਣਾ ਜਿਹੜਾ 5 ਭੂਤਕ ਸਰੀਰ ਤਿਆਗਿਆ ਸੀਗਾ। ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀ ਫਿਰ ਆਪਣੇ ਵਾਪਸ ਮਾਤਾ ਪਿਤਾ ਦੇ ਪਾਸ ਆਏ। ਜਦ ਵਾਪਸ ਮਾਤਾ ਪਿਤਾ ਜੀ ਦੇ ਪਾਸ ਆਏ ਅਤੇ ਇੱਥੇ ਫਿਰ ਉਹ ਦਿਨ ਆਏ ਜਦੋਂ ਇਹ ਦਿਨ ਜਿਹੜੇ ਸੀ ਉਹ ਸ਼ਰਾਧਾਂ ਦੇ ਸੀਗੇ। ਅਤੇ ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸੀਗੇ ਫਿਰ 1569 ਦੇ ਤਕਰੀਬਨ ਲਗਭਗ ਆਪਣੇ ਪਿਤਾ ਜੀ ਦੇ ਘਰ ਸ਼ਰਾਧਾਂ ਦੇ ਸਮੇਂ ਜਦ ਬਹੁਤ ਸਾਰੇ ਲੋਕ ਇਕੱਠੇ ਹੋਏ ਸੀ, ਅਤੇ ਫਿਰ ਉਸ ਟਾਈਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਸ਼ਰਾਧਾਂ ਦੇ ਪਿੱਛੇ ਕੀ ਰਾਜ ਹੈ ਇਸ ਕਲਾ ਨੂੰ
ਪ੍ਰਗਟ ਕਰਨ ਵਾਸਤੇ ਜਿਹੜੇ ਸੀਗੇ ਉਸ ਸਮੇਂ ਆਪਣੇ ਪਿਤਾ ਜੀ ਦੇ ਨਾਲ ਕੁਝ ਬਚਨ ਕੀਤੇ ਸੀਗੇ। ਜਦ ਇਹ ਬਚਨ ਕੀਤੇ ਸੀ ਤੇ ਉਹਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਸੀ ਕਿ ਪਿਤਾ ਜੀ ਤੁਸੀਂ ਇੰਨਾ ਸਾਰਾ ਸ਼ਰਾਧਾਂ ਦਾ ਜੋ ਵੀ ਸਮੱਗਰੀ ਤਿਆਰ ਕੀਤੀ ਹੈ, ਲੰਗਰ ਭੋਜਨ ਬਣਾਇਆ ਹੈ, ਇਹਦੇ ਪਿੱਛੇ ਕੀ ਰਾਜ ਹੈਗਾ। ਜਦ ਇੰਨੀ ਗੱਲ ਹੋਈ ਆ ਤੇ ਫਿਰ ਇਹਨਾਂ ਦੇ ਪਿਤਾ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਦਾਦਾ ਜੀ ਬੇਦੀ ਸ਼ਿਵ ਨਰੈਣ, ਉਹਨਾਂ ਦੇ ਨਿਮਿਤ ਕਹਿੰਦੇ ਵੀ ਅਸੀਂ ਹਰੇਕ ਸਾਲ ਸ਼ਰਾਧ ਕਰੀਦੇ ਅਤੇ ਅੱਜ ਵੀ ਉਹਨਾਂ ਦੇ ਨਿਮਿਤ ਸ਼ਰਾਧ ਆ ਅਤੇ ਸਾਡੇ ਜਿੰਨੇ ਵੀ ਪਿੱਤਰ ਆ ਉਹਨਾਂ ਸਾਰਿਆਂ ਦਾ ਇੱਕੋ ਹੀ ਸ਼ਰਾਧ ਅਸੀਂ ਘਰ 'ਚ ਕਰਦੇ ਹਾਂ। ਅਤੇ ਜਦ ਇੰਨੀ ਗੱਲ ਹੋਈ ਤਾਂ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਪਿਤਾ ਜੀ ਸ਼ਰਾਧ ਕਰਨ ਦੀ ਕੀ ਲੋੜ ਆ, ਸਾਡੇ ਪਿੱਤਰ ਤਾਂ ਪਹਿਲਾਂ ਹੀ ਤ੍ਰਿਪਤ ਹੋ ਚੁੱਕੇ ਆ, ਉਹਨਾਂ ਨੂੰ ਹੋਰ ਤ੍ਰਿਪਤ ਕਰਨ ਦੀ ਕੀ ਲੋੜ ਆ। ਜਦ ਇੰਨੀ ਗੱਲ ਹੋਈ ਸੀ ਤਾਂ ਪਿਤਾ ਮਹਿਤਾ ਕਲਿਆਣ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਬੜੇ ਹੈਰਾਨੀ ਨਾਲ ਤੱਕਿਆ, ਮਨ 'ਚ ਸੋਚਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਾਰੇ ਲੋਕ ਨਿਰੰਕਾਰ ਦਾ ਰੂਪ ਮੰਨਦੇ ਆ ਅਤੇ ਪਰ ਮੈਨੂੰ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਦੀਦੀ। ਪਰ ਅੱਜ ਇੱਕ ਗੱਲ ਆਪਾਂ ਪਰਖ ਕੇ ਦੇਖ ਹੀ ਲੈਂਦੇ ਹਾਂ। ਫਿਰ ਪਿਤਾ ਕਾਲੂ ਜੀ ਨੇ ਆਖਿਆ ਸੀਗਾ ਕਿ ਹੇ ਨਾਨਕ, ਮੈਂ ਤੈਨੂੰ ਪੁੱਤਰ ਕਰਕੇ ਜਾਣਿਆ ਹੈਗਾ, ਪਰ ਮੈਂ ਸੁਣਿਆ ਹੈਗਾ ਕਿ ਤੁਸੀਂ ਉਸ ਬਾਹਰ ਬਗਦਾਦ ਦੀ ਧਰਤੀ ਦੇ ਅੰਦਰ ਲੱਖਾਂ ਕਛ ਲੱਖਾਂ ਪਤਾਲ ਦਿਖਾਏ ਤੇ ਆ, ਕੀ ਤੁਸੀਂ ਵੀ ਮੈਨੂੰ ਆਪਣੇ ਜਿਹੜੇ ਦਾਦਾ ਜੀ ਹੈ ਸ਼ਿਵ ਨਰੈਣ ਉਸ ਦੇ ਨਾਲ ਮਿਲਾ ਸਕਦੇ ਆ। ਜਦ ਇੰਨੀ ਗੱਲ ਹੋਈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ ਪਿਤਾ ਜੀ ਅਗਰ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਇਕੱਲੇ ਆਪਣੇ ਫਿਰ ਪਿਤਾ ਸ਼ਿਵ ਨਰੈਣ ਮੇਰੇ ਦਾਦਾ ਜੀ ਨੂੰ ਕਾਹਨੂੰ, ਬਾਕੀ ਵੀ ਪਿਤਰਾਂ ਨੂੰ ਮਿਲ ਸਕਦੇ ਆ, ਨਾਲੇ ਤੁਹਾਨੂੰ ਸਾਰੀ ਗੱਲਬਾਤ ਦਾ ਜਿਹੜਾ ਹੈਗਾ ਉਸ ਉੱਤੇ ਸਦਗਿਆਨ ਹੋ ਜਾਊਗਾ। ਉਸ ਤੋਂ ਬਾਅਦ ਗੱਲ ਕੀ ਸੀ, ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਜੀ ਦੇ ਉੱਤੇ ਐਸੀ ਮਿਹਰ ਦੀ ਨਜ਼ਰ ਕੀਤੀ ਕਿ ਸਰੀਰ ਕਰਕੇ ਤਾਂ ਬਾਬਾ ਕਲਿਆਣ ਜੀ ਜਿਹੜੇ ਸੀਗੇ ਉਹ ਘਰ ਦੇ ਵਿੱਚ ਖੜ੍ਹੇ ਆ, ਪਰ ਮਨ ਆਤਮਾ ਕਰਕੇ ਉਡਾਰੀ ਮਾਰੀ ਔਰ ਜਦ ਉਡਾਰੀ ਮਾਰੀ ਤਾਂ ਉਹ ਸੱਚਖੰਡ ਵਿਸੇ ਚਲੇ ਗਏ, ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਾਦਾ ਜੀ ਸ਼ਿਵ ਨਰੈਣ ਜਿਹੜੇ ਆ ਉੱਥੇ ਅਗੰਮੀ ਮੌਜ ਦੇ ਵਿੱਚ ਹੋਏ ਆ। ਜਦ ਹੋਇਆ ਤਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿਤਾ ਕਲਿਆਣ ਚੰਦ ਜੀ ਨੇ ਕੀ ਦੇਖਿਆ ਕਿ ਉਹਨਾਂ ਦੇ ਜਿੰਨੇ ਵੀ ਪਿੱਤਰ ਅੰਗੀ ਸੰਗੀ ਆ ਸਾਰੇ ਬਾਬਾ ਕਾਲੂ ਜੀ ਨੂੰ ਉੱਥੇ ਦੇਖ ਕੇ ਉਮੜ ਪਰੇ ਆ। ਸਾਰਿਆਂ ਨੇ ਬਾਬਾ ਕਾਲੂ ਜੀ ਨੂੰ ਆਪਣੇ ਮੋਢਿਆਂ 'ਤੇ ਚੱਕ ਲਿਆ ਅਤੇ ਜੈ ਜੈਕਾਰ ਦੇ ਜਿਹੜੇ ਆ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ। ਔਰ ਇੱਥੋਂ ਆਖਿਆ ਕਿ ਜਿਉਂ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਿਰੰਕਾਰ ਨੇ ਆਪਦੇ ਘਰ ਦੇ ਵਿੱਚ ਜਗ ਦੇ ਕਲਿਆਣ ਵਾਸਤੇ ਜਨਮ ਲਿਆ ਹੈਗਾ ਅਤੇ ਇਹਦੇ ਨਾਲ ਸਾਡੇ ਇਸ ਅਸਥਾਨਾਂ ਦੇ ਉੱਤੇ ਵੀ ਮੌਜਾਂ ਹੀ ਮੌਜਾਂ ਲੱਗ ਗਈਆਂ ਹੈਗੀਆਂ ਅਤੇ ਅਸੀਂ ਵੀ ਹੁਣ ਖੁੱਲ੍ਹੇ ਬ੍ਰਹਿਮੰਡਾਂ ਦੀ ਸੈਰ ਦੇ ਭਾਗੀਦਾਰ ਬਣ ਗਏ ਹਾਂ। ਜਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਿੱਤਰਾਂ ਨੇ ਇਹ ਸਾਰੀਆਂ ਖੁਸ਼ੀਆਂ ਪਿਤਾ ਕਲਿਆਣ ਚੰਦ ਦੇ ਨਾਲ ਸਾਂਝੀਆਂ ਕੀਤੀਆਂ ਤਾਂ ਪਿਤਾ ਕਲਿਆਣ ਚੰਦ ਜੀ ਹੈਰਾਨ ਹੋ ਗਏ, ਪਰ ਉਹਨਾਂ ਨੂੰ ਉਸ ਨੇ ਪੂਰਨ ਗਿਆਨ ਹੋ ਗਿਆ ਕਿ ਜਿਸ ਨੂੰ ਮੈਂ ਆਪਣਾ ਪੁੱਤਰ ਸਮਝਦਾ, ਅਸਲ ਦੇ ਵਿੱਚ ਉਹ ਅਕਾਲ ਪੁਰਖ ਆਪ ਹੀ ਪੁੱਤਰ ਰੂਪ ਹੋ ਕੇ ਮੇਰੇ ਘਰ ਦੇ ਵਿੱਚ ਸੰਸਾਰ ਨੂੰ ਤਾਰਨ ਆਇਆ ਹੈਗਾ। ਉਸ ਤੋਂ ਬਾਅਦ ਜਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਿਹਰ ਦੀ ਨਜ਼ਰ ਨੇ ਫਿਰ ਪਿਤਾ ਜੀ ਦੀ ਸੁਰਤ ਵਾਪਸ ਮੋੜੀ ਸੀ ਅਤੇ ਫਿਰ ਪਿਤਾ ਕਲਿਆਣ ਚੰਦ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰੱਬੀ ਨਰੈਣ ਰੂਪ ਜਾਣ ਕੇ ਤਾਂ ਫਿਰ ਜਦ ਮੱਥਾ ਟੇਕਣਾ ਚਾਹਿਆ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲੇ ਆਪਣੇ ਪਿਤਾ ਜੀ ਦੇ ਹੱਥ ਫੜ ਲਏ ਅਤੇ ਕਹਿਣ ਲੱਗੇ ਕਿ ਇਹ ਜੋ ਰਿਸ਼ਤਾ ਸਾਡੇ ਸਰੀਰ ਦਾ ਪਿਤਾ ਪੁੱਤਰ ਦਾ ਹੈਗਾ ਇਹ ਦੁਨੀਆ ਦੇ ਵਿੱਚ ਰਹਿਣਾ ਚਾਹੀਦਾ ਹੈਗਾ। ਅਤੇ ਇਸ ਕਰਕੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਪਿਤਾ ਜੀ ਦੇ ਦੁਬਾਰਾ ਫਿਰ ਪੈਰੀਂ ਹੱਥ ਲਾਇਆ ਸੀਗਾ। ਇਸ ਤੋਂ ਬਾਅਦ ਦੇਖੋ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਹੋਈਆਂ ਅਤੇ ਉਹ ਵੀ ਦਿਨ ਆ ਗਏ ਜਦੋਂ ਫਿਰ ਮਾਤਾ ਪਿਤਾ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹ ਆਖਿਆ ਕਿ ਅਸੀਂ ਜਦ ਸੱਚਖੰਡ ਜਾਵਾਂਗੇ ਤਾਂ ਉਸ ਟਾਈਮ ਤੁਸੀਂ ਸਾਡੇ ਸਰੀਰ ਨੂੰ ਅਗਨੀ ਦੇਣੀ ਹੈ ਤਾਂ ਆਪ ਮੁੰਡਾ ਦੇਣਾ ਹੈਗਾ ਅਤੇ ਸਾਡੇ ਪਾਸ ਰਹਿਣਾ ਹੈਗਾ। ਜਦ ਇਹ ਵਚਨ ਲਿਆ ਸੀ ਅਤੇ ਗੁਰੂ ਸਾਹਿਬ ਨੇ ਆਖਿਆ ਸੀ ਮਾਤਾ ਪਿਤਾ ਜੀ ਨੂੰ, ਕਿਉਂ ਨਹੀਂ, ਤੁਸੀਂ ਸਾਡੇ ਜਨਨੀ ਆ, ਸਾਡੇ ਮਾਤਾ ਪਿਤਾ ਹੈਗੇ ਆ ਅਤੇ ਅਸੀਂ ਇਹ ਤੁਹਾਡਾ ਵਚਨ ਜਿਹੜਾ ਹੈਗਾ ਉਹ ਜ਼ਰੂਰ ਪੂਰਾ ਕਰਾਂਗੇ। ਅਤੇ ਇਸ ਵਚਨ ਕਰਨ ਤੋਂ ਬਾਅਦ ਫਿਰ ਹੀ ਅਸੀਂ ਜਿਹੜੀ ਅਗਲੀ ਦਾਸੀ ਅਤੇ ਸੰਸਾਰ ਦੇ ਭਲੇ ਵਾਸਤੇ ਜਾਵਾਂਗੇ। ਉਸ ਤੋਂ ਬਾਅਦ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਇਸ ਵਚਨ ਦੀ ਪਾਲਣਾ ਵਾਸਤੇ ਆਪਣੇ ਮਾਤਾ ਪਿਤਾ ਦੇ ਨਾਲ ਜੋ ਇਕਰਾਰ ਕੀਤਾ ਸੀਗਾ ਉਹ ਫਿਰ ਸਮਾਂ ਆ ਕੇ ਪੂਰਾ ਕੀਤਾ ਸੀ। ਸੋ ਦਾਸ ਫਿਲਹਾਲ ਇੰਨੇ ਹੀ ਵਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।